दर्शकों ब्रेक तो बाद तुहाडा स्वागत है जी। डॉक्टर साहब साढ़े को पहले सैगमेंट ते 39 के करीब मैसेज आए ने, असीं सारिਆਂ ਦਾ बहुत शुक्रिया अदा करते हैं। आपां हुण ईमेल पढ़ते हैं। अज ईमेल आई है बीकर सिंह औलख जी दी। ये लिखते ने, ਇਹ सिख इतिहास तां सिख तंजीमां ਵੱਲੋਂ चलाए जाते विद्यक अदारियां विच भी नहीं पढ़ाया जाता, क्योंकि उन्हां दे प्रबंध अधीन अदारे पंजाब स्कूल सिक्ख्या बोर्ड नाल अफीलेट ही नहीं। हालत सितम जरीफी है। अकाली सरकार वेले खुले आदर्श स्कूल पंजाब स्कूल सिक्ख्या अफीलेट किए गए हैं जी। डॉक्टर साहब बिकर सिंह औलख जी ने बिल्कुल ठीक किया है कि भी ਜਿਹੜੇ ਈਵਨ SGPC ਦੇ ਵੀ ਵਿਦਿਅਕ ਅਦਾਰੇ ਨੇ ਜਾਂ ਅਕਾਲੀਆਂ ਦੇ ਵੇਲੇ ਆਦਰਸ਼ ਸਕੂਲ ਖੁੱਲੇ, ਉਹਨਾਂ ਸਭ ਦੇ ਵਿੱਚ ਈਵਨ ਜਿਹੜੇ ਇਹ ਨਵੇਂ ਅਕਾਲੀ ਪੀਰੀਅਡ 'ਚ ਬਣੇ ਆ, ਉਹ ਤਾਂ ਪੰਜਾਬੀ ਬੋਲਣਾ ਹੀ ਗੁਨਾਹ, ਇਤਿਹਾਸ ਦਾ ਕੀ ਪੜ੍ਹਾਉਣਾ ਜੀ। ਔਰ ਇਹਦੀ ਇੱਕ ਨਵੀਂ ਡਿਬੇਟ ਮੈਂ ਅੱਜ ਦੇਖ ਰਿਹਾ ਸੀ ਕਿ ਚੁੰਗ BJP ਦਾ ਲੀਡਰ ਹੈ, ਉਸ ਤੋਂ ਪਹਿਲਾਂ ਬਲਰਾਮ ਜਾਖੜ ਨੇ ਜਿਹੜਾ ਉਹ ਬਿਆਨ ਦਿੱਤਾ ਕਿ ਜੀ ਜਿਹੜਾ ਸਿਲੇਬਸ ਹੈ ਉਹਦੇ 'ਚ ਬਰਗਾੜੀ ਦੇ ਵਿੱਚ ਜੋ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹਦਾ ਵੀ ਚੈਪਟਰ ਹੋਣਾ ਚਾਹੀਦਾ, ਕਿਉਂਕਿ ਜ਼ਾਹਰ ਹੈ ਵੀ ਉਹ BJP ਅਕਾਲੀ ਕਾਂਗਰਸ ਵੇਲੇ ਹੋਇਆ। ਔਰ ਅੱਜ ਉਹ BJP ਦੇ ਚੁੰਗ ਨੇ ਕਿਹਾ ਨਾ 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 ਉਹਦਾ ਨਹੀਂ ਹੈ, ਇਹ ਨਵੰਬਰ 84 'ਚ ਜੋ ਹੋਇਆ ਸਿੱਖਾਂ ਦੇ ਨਾਲ, ਇਹਦਾ ਚੈਪਟਰ ਹੋਣਾ। ਸੋ ਮਤਲਬ ਇਹਨਾਂ ਨੇ ਈਵਨ ਇਸ ਸਿਲੇਬਸ ਨੂੰ ਵੀ ਫੁੱਟਬਾਲ ਬਣਾ ਦਿੱਤਾ ਹੈ। ਕਾਂਗਰਸ ਔਰ BJP ਦੋਨੋਂ ਹੀ ਹਿੰਦੂਤਵਾਦੀਆਂ A ਤੇ B ਟੀਮਾਂ ਇਹ ਦੱਸ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਇਤਿਹਾਸ ਕੀ ਬਣਾਉਣਾ ਹੈ ਤੇ ਕੀ ਲਿਖਣਾ ਹੈ। ਪਰ ਕੁੱਲ ਮਿਲਾ ਕੇ ਇਹ ਸਿੱਖਾਂ ਦੀ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਕਿਵੇਂ ਸਾਡਾ ਇਤਿਹਾਸਕ ਗੁਰਦੁਆਰੇ ਉਹ ਗਿਆਨ ਗੋਦੜੀ ਹਰਿਦੁਆਰ 'ਚ ਹੋਏ, ਉਹ ਸਿੱਕਮ ਦੇ ਇਤਿਹਾਸਕ 2 ਗੁਰਦੁਆਰੇ ਬਰਬਾਦ ਕਰ ਦਿੱਤੇ ਗਏ ਨੇ, ਬਾਕੀਆਂ ਦਾ ਲਦਾਖ ਦੇ ਵਿੱਚ ਵੀ ਜਿਹੜਾ ਉਹ ਉਸ ਦੇ ਕੰਢੇ ਤੇ ਹੈ ਬਰਬਾਦੀ ਦੇ। ਔਰ ਇੱਧਰ ਪੰਜਾਬ ਦੇ ਵਿੱਚ ਜਿਹੜਾ ਸਾਡਾ ਹੋਮਲੈਂਡ ਹੈ, ਸਾਡਾ ਇਤਿਹਾਸ ਹੀ ਜਿਹੜਾ ਹੈ ਉਹ ਸਕੂਲਾਂ 'ਚੋਂ ਗਾਇਬ ਕਰ ਦਿੱਤਾ ਗਿਆ। ਹੁਣ ਇਸ ਸਾਰੇ 'ਚੋਂ ਤੁਸੀਂ ਕੀ ਕਹਿ ਸਕਦੇ ਹੋ ਔਰ ਕੀ ਨਹੀਂ ਕਹਿ ਸਕਦੇ। ਜ਼ਾਹਰ ਹੈ ਕਿ ਵੀ ਇਹ ਸਿੱਖਾਂ ਦੇ ਖਿਲਾਫ ਆਲ ਆਊਟ ਟੋਟਲ ਵਾਰ ਹੈ, ਪਰ ਬਦਕਿਸਮਤੀ ਸਾਡਾ ਵੱਡਾ ਹਿੱਸਾ ਜਿਹੜਾ ਹੈ ਉਹ ਗਫਲਤ ਦੀ ਨੀਂਦੇ ਸੁੱਤਾ ਜਿਹੜਾ ਹੈ ਉਹ ਭੰਗੜੇ ਔਰ ਗਿੱਧੇ ਦੇ ਵਿੱਚ ਜਿਹੜਾ ਉਹਨਾਂ ਨੇ ਮਸਤ ਕੀਤਾ ਹੋਇਆ। ਇੱਥੋਂ ਦੇ ਨੇਟਿਵ ਅਮਰੀਕਨ ਵਾਂਗ ਜਿਹੜੇ ਮੋਰ ਖੰਭ ਲਾ ਕੇ ਜਿਹੜੇ ਨੇ ਆਹੀ ਕੁਛ ਕਰਦੇ ਨੇ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰਲੇ ਪਲਾਂ 'ਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਬਾਣੀ ਸ਼ਲੋਕ ਵਾਰਾਂ ਤੇ ਵਧੇਕ ਜਿਹੜੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਪੰਜਵੇਂ ਪਾਤਸ਼ਾਹ ਨੇ ਦਰਜ ਕੀਤੇ ਉਹਨਾਂ ਤੇ ਵਿਚਾਰ ਕਰਦੇ ਹਾਂ। ਅੱਜ 2 ਸ਼ਲੋਕ ਗੁਰੂ ਨਾਨਕ ਸਾਹਿਬ ਨਾਲ ਦੇ ਜਿਹੜੇ ਨੇ ਫਰਮਾਏ ਹੋਏ 13 ਤੇ 14 ਉਸ ਨੂੰ ਅਸੀਂ ਵਿਚਾਰ ਰਹੇ ਹਾਂ। ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ, ਚੋਟੈ ਸੀਤੀ ਜੋ ਮਰੈ ਲੱਗੀ ਸਾ ਪਰਵਾਨ, ਜਿਸਨੂੰ ਲਾਏ ਤਿਸ ਲਗੈ ਲੱਗੀ ਤਾ ਪਰਵਾਨ, ਪਿਰਮ ਪੈਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਨ। ਹੁਣ ਇਹ ਪਿਆਰ ਦੀ ਖੇਡ ਹੈ, ਪਿਆਰ ਦੀ ਗੱਲ ਹੈ ਕਿ ਜਦੋਂ ਪਿਆਰੇ ਦਾ ਪਿਆਰ ਦਾ ਤੀਰ ਹਿਰਦੇ 'ਚ ਆ ਕੇ ਵੱਜਦਾ ਤੇ ਉਸ ਦੇ ਨਾਲ ਤੁਰਤ ਜਿਹੜੀ ਮੈਂ ਹਉਮੈ ਹੈ ਇਹ ਮਰ ਜਾਂਦੀ ਹੈ। ਔਰ ਜਿਹਨੇ ਪਿਆਰ ਦਾ ਤੀਰ ਖਾਧਾ ਸੀਨੇ 'ਚ, ਜਿਵੇਂ ਭਾਈ ਵੀਰ ਸਿੰਘ ਹੋਰਾਂ ਕਿਹਾ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ। ਉਹ ਤਾਂ ਉਸ ਪਿਆਰ ਦੇ ਤੀਰ ਦੇ ਨਾਲ ਵਿੰਨੇ ਹੋਏ ਉਸ ਪਿਆਰ ਦੇ ਆਨੰਦ ਦੇ ਵਿੱਚ ਹੀ ਜ਼ਾਰੋ ਜ਼ਾਰ ਵੈਰਾਗ ਦੇ ਅਥਰੂ ਵਗਾ ਰਹੇ ਹੁੰਦੇ ਨੇ। ਔਰ ਇਸ ਨੂੰ ਹੀ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇ। ਕਿ ਉਸ ਸੂਰੇ ਸਤਿਗੁਰੂ ਨੇ ਐਸਾ ਪਿਆਰ ਦਾ ਤੀਰ ਇੱਕ ਛੱਡਿਆ ਕਿ ਉਹਨੇ ਆ ਕੇ ਸੀਨੇ ਦੇ ਵਿੱਚ ਜਿਹੜਾ ਉਹ ਮੋਰੀ ਕਰ ਦਿੱਤੀ, ਪਰਾ ਕਲੇਜੇ ਛੇਕ ਵਿੱਚ ਜੋ ਹੀ ਲੱਗਾ ਮੈਂ ਧਰਤੀ ਤੇ ਡਿੱਗ ਪਿਆ, ਮੇਰੀ ਹਉਮੈ ਗਾਇਬ ਹੋ ਗਈ ਔਰ ਮੈਂ ਉਸ ਦੇ ਪਿਆਰ 'ਚ ਜਿਹੜਾ ਉਹ ਉਸ ਦੇ ਵਿੱਚ ਗ੍ਰਿਫਤਾਰ ਹੋ ਗਿਆ ਉਸ ਪਿਆਰ ਦੇ ਵਿੱਚ। ਔਰ ਇੱਥੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਨਾਨਕ ਲੱਗੀ ਤੁਰ ਮਰੇ, ਜਿਹਨੂੰ ਇਹ ਪਿਆਰ ਦਾ ਤੀਰ ਵੱਜਦਾ ਉਹ ਇੱਕਦਮ ਉਹ ਮਰ ਜਾ, ਉਸ ਵਿਚਲੀ ਮੈਂ ਜਿਹੜੀ ਹੈ ਉਹ ਨਾਲ ਦੀ ਨਾਲ ਹੀ ਮਰ ਜਾਂਦੀ ਹੈ। ਜੀਵਨ ਨਾਹੀ ਤਾਣ, ਫਿਰ ਸਵਾਰਥ ਦਾ ਜੀਵਨ ਜਿਉਣ ਦੀ ਕੋਈ ਤਾਂਘ ਨਹੀਂ ਹੁੰਦੀ, ਕੋਈ ਦੌੜ ਨਹੀਂ ਹੁੰਦੀ। ਚੋਟੈ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਨ, ਕਿ ਉਹੀ ਜ਼ਿੰਦਗੀ ਪ੍ਰਵਾਨ ਹੈ ਜਿਹੜੀ ਪਿਆਰੇ ਦੇ ਪਿਆਰ ਤੀਰ ਦੇ ਨਾਲ ਜਿਹੜੀ ਹੈ ਉਹ ਆਪਣਾ ਆਪਾ ਉਸ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੰਦੀ ਹੈ। ਜਿਸ ਨੂੰ ਲਾਏ ਤਿਸ ਲਗੈ ਲੱਗੀ ਤਾਂ ਪ੍ਰਵਾਨ, ਕਿ ਇਹ ਵੀ ਜਿਹੜਾ ਪਿਆਰ ਦੀ ਖਿੱਚ ਪਿਆਰ ਦੀ ਕਸਕ ਹੈ ਜਿਹਨੂੰ ਪਿਆਰਾ ਲਾਉਂਦਾ
ਉਸੇ ਨੂੰ ਲੱਗਦੀ ਹੈ ਤੇ ਉਹੀ ਜ਼ਿੰਦਗੀ ਪ੍ਰਵਾਨ ਹੁੰਦੀ ਹੈ। ਪਿਰਮ ਪੈਕਾਮ ਨਾ ਨਿਕਲੇ। ਪੈਕਾਮ ਹੁੰਦਾ ਤੀਰ, ਪਿਰਮ ਹੈ ਪਿਆਰ। ਕਿ ਜਦੋਂ ਇਹ ਅੰਦਰ ਪਿਆਰ ਦਾ ਤੀਰ ਖੁੱਭ ਜਾਂਦਾ ਹੈ ਉਹ ਫਿਰ ਕਦੇ ਬਾਹਰ ਨਹੀਂ ਨਿਕਲਦਾ। ਲਾਇਆ ਤਿੰਨ ਸੁਜਾਨ, ਕਿਉਂਕਿ ਇਹ ਪਿਆਰ ਦਾ ਤੀਰ ਉਸ ਸਿਆਣੇ ਪ੍ਰਭੂ ਨੇ, ਸਿਆਣੇ ਵਾਹਿਗੁਰੂ ਨੇ ਲਾਇਆ ਹੁੰਦਾ ਹੈ। ਔਰ ਦੂਸਰਾ ਸ਼ਲੋਕ ਹੈ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਨ, ਧਾਤੂ ਪੰਜ ਰਲਾਏ। ਭਾਂਡਾ ਧੋਏ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ। ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ, ਪਰਮ ਜੋਤ ਜਾਗਾਏ ਵਾਜਾ ਵਾਪਸੀ। ਹੁਣ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਰੀਰ ਨੂੰ ਭਾਂਡਾ ਕਿਹਾ, ਕੱਚਾ ਭਾਂਡਾ ਜੀ। ਹੁਣ ਕੱਚਾ ਕੁਮਾਰ ਮਿੱਟੀ ਦਾ ਹੀ ਬਣਾਉਂਦਾ ਸੀ, ਹੁਣ ਕੱਚੇ ਨੂੰ ਤਾਂ ਤੁਸੀਂ ਧੋ ਨਹੀਂ ਸਕਦੇ, ਧੋਵੋਗੇ ਤੇ ਉਹ ਮਿੱਟੀ ਖੁਰ ਜਾਏਗੀ। ਔਰ ਇਸ ਭਾਂਡੇ ਨੂੰ ਜਿਹੜਾ ਕਿ ਸਰੀਰ ਇੱਕ ਖਿਡੌਣਾ ਹੈ, ਇਹ ਪੰਜ ਧਾਤੂਆਂ ਦੇ ਨਾਲ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪੰਜ ਤੱਤਾਂ ਦੀ ਜਦੋਂ ਗੱਲ ਹੁੰਦੀ ਹੈ ਤੇ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਹੈ। ਆਕਾਸ਼ ਸਪੇਸ ਹੈ ਜਿੰਨਾ ਬਾਡੀ 'ਚ ਹੈ, ਹਵਾ ਜਿੰਨੀਆਂ ਮੂਵਮੈਂਟਸ ਬਾਡੀ ਦੇ ਵਿੱਚ ਹੁੰਦੀਆਂ ਨੇ ਅੰਦਰ, ਉਹ ਸਾਰੀਆਂ ਹਵਾ ਦੀ ਬਦੌਲਤ ਨੇ। ਜਿੰਨੇ ਗਲੈਂਡਸ ਨੇ ਉਹ ਅਗਨੀ ਹੈ, ਔਰ ਜਿਹੜੇ ਜੋੜ ਨੇ ਉਹ ਜਲ ਹੈ, ਔਰ ਜਿਹੜੀ ਪ੍ਰਿਥਵੀ ਉਹ ਸੋਲਿਡ ਬੋਨਸ ਨੇ। ਸੋ ਇਹ ਪੰਜ ਤੱਤਾਂ ਦੀ ਗੱਲ ਹੁੰਦੀ ਹੈ। ਔਰ ਇਸ ਕੱਚੇ ਭਾਂਡੇ ਨੂੰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਹੁਣ ਇਸ ਭਾਂਡੇ ਦੇ ਵਿੱਚ ਜਿਹੜਾ ਪੰਜ ਧਾਤੂਆਂ ਦਾ ਬਣਿਆ ਔਰ ਵਿਕਾਰਾਂ ਦਾ ਚਿੱਕੜ, ਜਿਹੜੇ ਪੰਜ ਵਿਕਾਰ ਨੇ ਮੁੱਖ ਤੌਰ ਤੇ, ਉਹ ਇਸ ਦੇ ਵਿੱਚ ਜਿਹੜੇ ਨੇ ਉਹ ਰਲੇ ਹੋਏ ਨੇ। ਧਾਤੂ ਪੰਜ ਰਲਾਏ ਕੂੜਾ ਪਾਜਿਆ। ਹੁਣ ਹੈ ਇਹ ਨਾਸਵੰਤ ਖਿਡੌਣਾ ਬਣਾਇਆ ਪੰਜ ਤੱਤਾਂ ਦੇ ਨਾਲ, ਔਰ ਇਸ ਦੇ ਵਿੱਚ ਕੱਚਾ ਭਾਂਡਾ ਅਲਟੀਮੇਟਲੀ ਖੁਰਨ ਵਾਲਾ ਹੈ। ਭਾਂਡਾ ਆਣਗ ਰਾਸ, ਪਰ ਇਹ ਕੱਚਾ ਭਾਂਡਾ ਪੰਜ ਧਾਤੂਆਂ ਦਾ ਬਣਿਆ, ਇਹ ਰਾਸ ਆ ਸਕਦਾ ਹੈ, ਇਹ ਸਫਲ ਹੋ ਸਕਦਾ ਹੈ, ਇਸ ਦਾ ਕੋਈ ਮਤਲਬ ਨਿਕਲ ਸਕਦਾ ਹੈ ਜਾਂ ਤਿਸ ਭਾਵ ਸੀ। ਜੇ ਰੱਬ ਨੂੰ ਚੰਗਾ ਲੱਗੇ, ਗੁਰੂ ਦੇ ਨਾਲ ਪ੍ਰੀਤ ਪਏ, ਤੇ ਇਹ ਕੱਚਾ ਭਾਂਡਾ ਜਿਹੜਾ ਇਹ ਵੀ ਕਿਸੇ ਅਰਥ ਲੱਗ ਸਕਦਾ ਹੈ। ਪਰਮ ਜੋਤ ਜਾਗਾਏ, ਇਹ ਤਾਂ ਹੀ ਜੇ ਗੁਰੂ ਦੀ ਰਹਿਮਤ ਹੋਏ, ਬਖਸ਼ਿਸ਼ ਹੋਏ ਇਸ ਦੇ ਅੰਦਰ, ਜਿਹਨੂੰ ਉੱਤੇ ਪਿਰਮ ਪੈਕਾਮ ਦੀ ਗੱਲ ਕੀਤੀ ਸੀ, ਪਿਆਰ ਦਾ ਤੀਰ, ਜੇ ਪਿਆਰ ਦਾ ਤੀਰ ਸੀਨੇ ਦੇ ਵਿੱਚ ਲੱਗ ਜਾਏ, ਪਰਮ ਜੋਤ ਜਾਗਾਏ, ਫਿਰ ਅੰਦਰ ਉਹ ਪਰਮ ਜੋਤ ਵਾਹਿਗੁਰੂ ਦੇ ਪਿਆਰ ਦੀ ਜੋਤ ਜਗ ਪੈਂਦੀ ਹੈ। ਵਾਜਾ ਵਾਪਸੀ, ਤੇ ਫਿਰ ਰੱਬ ਦੇ ਪਿਆਰ ਦਾ, ਰੱਬੀ ਜੋਤ ਦਾ ਵਾਜਾ ਜਿਹੜਾ ਉਹ ਕੁੱਲ ਆਲਮ ਦੇ ਅੰਦਰ ਵੱਜਣਾ ਸ਼ੁਰੂ ਹੁੰਦਾ ਹੈ। ਤੇ ਫਿਰ ਤੁਹਾਨੂੰ ਆਪਣੇ ਅੰਦਰ ਵੀ ਉਹ ਕੁਝ ਮਹਿਸੂਸ ਹੁੰਦਾ ਹੈ। ਫਿਰ ਇਹ ਕੱਚਾ ਭਾਂਡਾ ਨਹੀਂ ਹੁੰਦਾ। ਫਿਰ ਜਿਵੇਂ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਫਿਰ ਜੋ ਸਾਰੇ ਬ੍ਰਹਮੰਡ ਦੇ ਵਿੱਚ, ਇਕੱਲੀ ਧਰਤੀ ਨਹੀਂ, ਸਾਰੇ ਤਾਰੇ, ਸਿਆਰਿਆਂ, ਗਲੈਕਸੀਜ਼ ਦੇ ਵਿੱਚ, ਬ੍ਰਹਮੰਡ ਦੇ ਵਿੱਚ ਜੋ ਕੁਝ ਹੈ ਉਹ ਕੁਝ ਸਾਨੂੰ ਆਪਣੇ ਅੰਦਰ ਪ੍ਰਤੀਤ ਹੁੰਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV24। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।